ਹਾਲੇਲੂਇਆ। ਸਭਨਾਂ ਨੂੰ ਜੈ ਮਸੀਹ ਦੀ। ਪ੍ਰਭੂ ਤੁਹਾਨੂੰ ਆਸੀਸ ਦੇਵੇ। ਆइए ਆਪਾਂ ਪ੍ਰਾਰਥਨਾ ਕਰਾਂਗੇ। ਪਵਿੱਤਰ ਪਵਿੱਤਰ ਸੈਨਾਵਾਂ ਦਾ ਯਹੋਵਾ, ਪ੍ਰਭੂ ਪਰਮੇਸ਼ਵਰ, ਰਾਜਾਵਾਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਦਇਆ ਦਾ ਸਾਗਰ, ਸਾਡੇ ਉੱਤੇ ਸਦਾ ਦਇਆ ਕਰਨ ਵਾਲਾ ਪ੍ਰਭੂ ਯਿਸੂ ਮਸੀਹ, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਤੇਰਾ ਸ਼ੁਕਰਗੁਜ਼ਾਰ, ਤੇਰੀ ਮਹਿਮਾ, ਤੇਰੀ ਵਡਿਆਈ ਅਸੀਂ ਕਰਦੇ ਹਾਂ। ਪ੍ਰਭੂ ਜੀ, ਅੱਜ ਦੇ ਸੁੰਦਰ ਦਿਨ ਦੇ ਲਈ ਅਤੇ ਸੁੰਦਰ ਸਮਾਂ ਦੇ ਲਈ ਸੱਚਮੁੱਚ ਤੂੰ ਸਾਡੇ ਉੱਤੇ ਬਹੁਤ ਹੀ ਦਇਆ ਕੀਤਾ, ਰਹਿਮ ਕੀਤਾ ਅਤੇ ਸਾਨੂੰ ਇਹ ਸਮਾਂ ਦਿੱਤਾ ਤਾਂ ਕਿ ਅਸੀਂ ਤੇਰੀ ਨਾਂ ਦੀ ਮਹਿਮਾ ਕਰ ਸਕੇ, ਤੇਰੀ ਨਾਂ ਦੀ ਵਡਿਆਈ ਕਰ ਸਕੇ। ਪ੍ਰਭੂ ਪਰਮੇਸ਼ਰ, ਪ੍ਰਭੂ ਜੀ, ਅੱਜ ਦੇ ਸੁੰਦਰ ਦਿਨ ਵਿੱਚ ਪ੍ਰਭੂ ਜੀ ਅਸੀਂ ਤੇਰੀ ਨਾਂ ਦੀ ਮਹਿਮਾ ਕਰਨ ਦੇ ਵਿੱਚ ਸਾਡੀ ਮਦਦ ਅਤੇ ਸਹਾਇਤ ਕਰਨਾ। ਪ੍ਰਭੂ ਜੀ, ਤੇਰੇ ਦਾਸ ਦੇ ਰਾਹੀਂ ਸਾਡੇ ਨਾਲ ਗੱਲਬਾਤ ਕਰਨਾ। ਜੋ ਵੀ ਭਜਨ ਬੋਲੇ ਉਹਨਾਂ ਉਤੇ ਤੇਰੀ ਵੱਡੀ ਕਿਰਪਾ ਤੇ ਰਹਿਮ ਦਇਆ ਹੋਵੇ। ਪ੍ਰਭੂ ਜੀ, ਅਸੀਂ ਸਭ ਕੁਝ ਤੁਹਾਡੇ ਪਵਿੱਤਰ ਹੱਥਾਂ ਵਿੱਚ ਦੇ ਦਿੰਦੇ ਹਾਂ। ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਵਿੱਚ ਹੋ ਕੇ ਮੰਗਦੇ ਹਾਂ। ਆਮੀਨ, ਆਮੀਨ। ਆइए अपने विचकार करमजीत नाल मिल के भजन बोले। आइए ਆਪਾਂ ਭਜਨ ਬੋਲਾਂਗੇ। ਕੀਤਾ ਪਿਆਰ ਮੈਨੂੰ, ਕੀਤਾ ਪਿਆਰ ਮੈਨੂੰ, ਮੇਰੇ ਖੁਦਾ ਦੇਖੇ ਰੂਪਾਕ ਮੇਰਾ ਦਿਲ ਪਰਿਆ, ਦੇਖੇ ਰੂਪਾਕ ਮੇਰਾ ਦਿਲ ਪਰਿਆ। ਹਾਲੇਲੂਇਆ, 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 ਹਾਲੇਲੂਇਆ। ਪ੍ਰੇਮੀ ਨੇ ਪ੍ਰੇਮ ਨਾਲ ਮੈਨੂੰ ਬੁਲਾਇਆ ਏ, ਪ੍ਰੇਮੀ ਨੇ ਪ੍ਰੇਮ ਨਾਲ ਮੈਨੂੰ ਬੁਲਾਇਆ ਏ, ਕੱਟ ਕੇ ਕਤਰੇ ਦੇ ਵਿੱਚੋਂ ਕੋਲ ਬਿਠਾਇਆ ਏ, ਕੱਢ ਕੇ ਕਤਰੇ ਦੇ ਵਿੱਚੋਂ ਕੋਲ ਬਿਠਾਇਆ ਏ। ਜੀਵਨ ਦਾ ਪਾਣੀ ਦਿੱਤਾ, ਜੀਵਨ ਦਾ ਪਾਣੀ ਦਿੱਤਾ, ਮੈਨੂੰ ਪਿਲਾ ਦੇ ਕੇ ਰੂਪਾਕ ਮੇਰਾ ਦਿਲ ਪਰਿਆ, ਦੇ ਕੇ ਰੂਪਾਕ ਮੇਰਾ ਦਿਲ ਪਰਿਆ। ਹਾਲੇਲੂਇਆ, 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 ਹਾਲੇਲੂਇਆ। ਉਹ ਮਿਹਰਬਾਨ ਹੈ, मेरी चट्टान है, वो मेहरबान है, मेरी चट्टान है। प्यासे दी प्यास बुझावे, ओ चश्मा दान है, प्यासे दी प्यास बुझावे, वो चश्मा दान है। अमृत जल दावो, अमृत जल दावो, हे दरिया देखी रूपाक मेरा दिल परिया, देखी रूपाक मेरा दिल परिया। हालेलुया, हालेलुया,
हालेलुया, हालेलुया। ये बेईमान है, दुश्मन शैतान है, ये बेईमान है, दुश्मन शैतान है। मैनू बचाया सदा मेरा गलबान है, मैनू बचाया सदा मेरा गलबान है। ਦੁੱਖਾਂ ਦੇ ਵਿੱਚ ਮੇਰੀ, ਦੁੱਖਾਂ ਦੇ ਵਿੱਚ ਮੇਰੀ ਸੁਣਦਾ ਦੁਆ, ਦੇ ਕੇ ਰੂਪਾਕ ਮੇਰਾ ਦਿਲ ਭਰੀਆ, ਦੇ ਕੇ ਰੂਪਾਕ ਮੇਰਾ ਦਿਲ ਭਰੀਆ। ਹਾਲੇਲੂਇਆ, 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 ਹਾਲੇਲੂਇਆ। हालेलुया, हालेलुया, हालेलुया। पवित्र 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 सेना हुंदा यहोवा प्रभु परमेश्वर। राजा हुंदा राजा, प्रभु हुंदा प्रभु, दया दा सागर साडे उत्ते सदा दया करन वाला प्रभु यीशु मसीह। असी तेरा धन्नवाद करदे हां, तेरा शुक्रगुजार करदे हां, तेरी महिमा, तेरी वडियाई, तेरी स्तुति आराधना, तेरा धन्नवाद असी करदे हां प्रभु जी। तू सानू प्रभु जी ये दिन दिता प्रभु जी, सानू जीवंदा रखिया प्रभु परमेश्वर। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਤੇਰਾ ਸ਼ੁਕਰਗੁਜ਼ਾਰ ਕਰਦੇ ਹਾਂ, ਤੇਰੀ ਮਹਿਮਾ ਕਰਦੇ ਹਾਂ ਪ੍ਰਭੂ ਪਰਮੇਸ਼ਰ। ਪ੍ਰਭੂ ਜੀ ਸਮਾਂ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਅਸੀਂ ਦਿੰਦੇ ਹਾਂ ਪ੍ਰਭੂ ਜੀ। ਤੂੰ ਪ੍ਰਭੂ ਜੀ ਸਾਡੇ ਵਿਚਕਾਰ ਰਹਿਣਾ ਪ੍ਰਭੂ ਜੀ। ਪ੍ਰਭੂ ਜੀ ਸਾਡੇ ਸਾਰਿਆਂ ਦੀ ਕਮੀਆਂ ਨੂੰ ਪ੍ਰਭੂ ਜੀ ਤੂੰ ਪ੍ਰਭੂ ਜੀ ਆਪਦੇ ਲਹੂ ਨਾਲ ਧੋ ਕੇ ਸਾਨੂੰ ਸ਼ੁੱਧ ਕਰਕੇ ਪ੍ਰਭੂ ਜੀ ਅਸੀਂ ਜੋ ਵੀ ਮਹਿਮਾ ਕਰਦੇ ਹਾਂ ਤੇ ਜੋ ਵੀ ਪ੍ਰਭੂ ਜੀ ਆਰਾਧਨਾ ਕਰਦੇ ਹਾਂ ਉਹ ਸਭ ਕੁਝ ਪ੍ਰਭੂ ਜੀ ਤੇਰੇ ਸਨਮੁਖ ਪਹੁੰਚਣ ਦਾ ਮਦਦ ਅਤੇ ਸਹਾਇਤਾ ਕਰਨਾ ਪ੍ਰਭੂ ਪਰਮੇਸ਼ਰ। ਤੇਰੇ ਦਾਸ ਉੱਤੇ ਤੇਰੀ ਵੱਡੀ ਕਿਰਪਾ ਹੋਵੇ ਤਾਂ ਕਿ ਤੇਰੇ ਦਾਸ ਪ੍ਰਭੂ ਜੀ ਤੇਰੇ ਵਚਨਾਂ ਨੂੰ ਸਾਨੂੰ ਦੇ ਸਕੇ, ਤਾਂ ਕਿ ਅਸੀਂ ਉਹਨਾਂ ਵਚਨਾਂ ਨੂੰ ਸੁਣ ਕੇ ਪ੍ਰਭੂ ਜੀ ਆਪਣੀ ਜ਼ਿੰਦਗੀ ਨੂੰ ਸੁਧਾਰ ਸਕੇ। ਪ੍ਰਭੂ ਜੀ ਤੂੰ ਕਿਰਪਾ ਕਰ ਤੇ ਦਇਆ ਕਰ। ਤੁਹਾਡੇ ਪਵਿੱਤਰ ਹੱਥਾਂ ਵਿੱਚ ਅਸੀਂ ਸਭ ਕੁਝ ਦੇ ਦਿੰਦੇ ਹਾਂ। ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਹੋ ਕੇ ਮੰਗਦੇ ਹਾਂ, ਆਮੀਨ, ਆਮੀਨ। ਹਾਲੇਲੂਇਆ। ਪਰਮੇਸ਼ਵਰ ਦਾ ਬਹੁਤ ਆਇਆ ਧੰਨਵਾਦ ਕਰਦੇ ਹਾਂ, ਸੱਚੇ ਪਰਮੇਸ਼ਵਰ ਦਾ ਜਿਨੇ ਸੱਚਮੁੱਚ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਹੋਇਆਂ ਵੀ ਤੁਹਾਨੂੰ, ਮੈਨੂੰ, ਆਪਾਂ ਨੂੰ ਹਰ ਦੁੱਖਾਂ ਤੋਂ, ਹਰ ਮੁਸੀਬਤਾਂ ਤੋਂ ਬਚਾ ਕੇ ਰੱਖਿਆ ਹੈ। ਇਹ ਸੱਚਮੁੱਚ ਉਹਦੀ ਅਟੁੱਟ ਕਿਰਪਾ ਹੈ। ਕਿਰਪਾ ਤੋਂ ਇਲਾਵਾ ਕੁਝ ਵੀ ਨਹੀਂ, ਨਾ ਕੋਈ ਖੂਬੀ, ਨਾ ਕੋਈ ਲਿਆਕਤ ਜਿਸ ਕਾਰਨ ਅੱਜ ਦਾ ਦਿਨ ਤੁਹਾਨੂੰ ਮਿਲਿਆ ਹੋ। ਜੇ ਕਿਸੇ ਅੰਦਰ ਕੋਈ ਇਸ ਪ੍ਰਕਾਰ ਸੋਚ ਹੈ ਤਾਂ ਬਦਲਣੇ ਦੀ ਲੋੜ ਹੈ ਕਿ ਉਹ ਇਸ ਲਈ ਨਹੀਂ ਮੈਨੂੰ ਬਚਾਇਆ ਕਿ ਮੇਰੇ ਅੰਦਰ ਖੂਬੀਆਂ ਹੈਗੀਆਂ, ਜਾਂ ਇਸ ਲਈ ਉਸਨੇ ਮੈਨੂੰ ਨਹੀਂ ਬਚਾਇਆ ਕਿ ਮੈਂ ਜੋ ਚੰਗਾ ਹਾਂ। ਪਰ ਖੁਦਾ ਦੀ ਅਟੁੱਟ ਕਿਰਪਾ ਤੁਹਾਡੇ, ਮੇਰੇ, ਆਪਣੇ ਸਭਨਾਂ ਉੱਤੇ ਹੈ, ਜਿਸ ਕਾਰਨ ਆਪਾਂ ਅੱਜ ਦੇ ਦਿਨ ਜੀਵਨ ਦੇ ਪ੍ਰਾਣੀ ਬਣ ਕੇ ਹੈਗੇ ਹਾਂ। ਸੋ ਉਸ ਖੁਦਾਵੰਦ ਦਾ ਧੰਨਵਾਦ ਕਰੀਏ। ਆਈਏ ਆਜ ਦੇ ਵਚਨ ਦੇ ਵੱਲ ਚੱਲੀਏ। ਮੇਰੇ ਨਾਲ ਤੁਹਾਡੇ ਲਈ ਜੋ ਵਚਨ ਹੈ ਉਸ ਨੂੰ ਆਪਾਂ ਕੱਢੀਏ, ਔਰ ਜੇ ਕੋਈ ਤੁਹਾਡੇ ਵਿੱਚੋਂ ਪੜ੍ਹ ਸਕਦੇ ਤਾਂ ਮੇਰੇ ਲਈ ਪੜ੍ਹੀਏ। ਲੂਕਾ ਦੀ ਇੰਜੀਲ, ਲੂਕਾ ਦੀ ਇੰਜੀਲ ਅਧਿਆਇ 10 ਦੇ 19 ਆਇਤ ਨੂੰ ਪੜ੍ਹਦੇ ਹੋਏ ਸੁਣੀਏ। ਜੇ ਹੋ ਸਕੇ ਤੁਸੀਂ ਪੜ੍ਹੋ, ਅਦਰਵਾਈਜ਼ ਮੈਂ ਪੜ੍ਹਾਂ। ਲੂਕਾ ਦੀ ਇੰਜੀਲ ਅਧਿਆਇ 10 ਉਸ ਦਾ 19 ਆਇਤ ਨੂੰ ਪੜ੍ਹੀਏ।
देखो, मैंने तुम्हें सांपों और बिच्छुओं को रौंदने का और शत्रु की सारी सामर्थ्य पर अधिकार दिया है, और किसी वस्तु से तुम्हें कुछ हानि ना होगी। थैंक यू, गॉड ब्लेस यू। बहुत बढ़िया लिखा है। ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਟੂਹਿਆਂ ਦੇ ਲਿਤਾੜਨ ਦਾ ਔਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ ਦਿੱਤਾ ਹੈ। ਸੋ ਪਰਮੇਸ਼ਰ ਜਦੋਂ ਇਖਤਿਆਰ ਦਿੱਤਾ ਹੈ ਜਾਂ ਦੇ ਰਿਹਾ ਹੈ, ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਵੇਖੋ ਮੈਂ ਤੁਹਾਨੂੰ ਕੀ ਕਰਦਾ ਹਾਂ, ਇਖਤਿਆਰ ਦਿੰਦਾ ਹਾਂ, ਦਿੱਤਾ ਹੈਗਾ ਜ਼ਰੂਰ, ਕਹਿੰਦਾ ਮੈਂ ਦਿੰਦਾ ਹਾਂ। ਔਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ। ਦੁਬਾਰਾ ਉਸ ਲਾਈਨ ਨੂੰ ਨੋਟ ਕਰ ਲਓ, ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ। ਸੋ ਜਦੋਂ ਪਰਮੇਸ਼ਵਰ ਤੁਹਾਨੂੰ ਉਹ ਸਾਮਰਥ ਦੇ ਰਿਹਾ ਹੈ, ਜੋ ਵਚਨ ਦੇ ਵਿੱਚ ਲਿਖਿਆ ਹੈ, ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ, ਜਿਸ ਦਾ ਮਤਲਬ ਵੈਰੀ ਜੋ ਕੁਝ ਵੀ ਕਰਦਾ ਹੋਵੇ, ਉਹ ਉਸ ਵਿੱਚੋਂ ਇੱਕ ਵੀ ਤੁਹਾਡੇ ਉੱਤੋਂ ਦੀ ਕੰਮ ਨਹੀਂ ਕਰ ਸਕਦਾ, ਬਲਕਿ ਤੁਸੀਂ ਉਸ ਦੇ ਉੱਤੇ ਹੁਕਮਤ ਚਲਾ ਸਕਦੇ ਹੋ। ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਇਖਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। ਠੀਕ ਹੈ, किसी प्रकार ਦਾ ਕੋਈ ਚਾਲ, ਸ਼ੈਤਾਨੀ ਤਾਕਤ ਹੋ, ਉਹ ਤੁਹਾਨੂੰ ਕੁਝ ਵੀ ਨਹੀਂ ਕਰ ਸਕਦੀ ਹੈ। ਔਰ ਇੱਥੇ ਲਿਖਿਆ ਹੈ, ਕੋਈ ਵੀ ਚੀਜ਼ ਤੁਹਾਡਾ ਨੁਕਸਾਨ नहीं करेगी, किसी वस्तु से तुम्हें कुछ हानि ना होगी। और ਅੱਗੇ ਪੜ੍ਹੀਏ ਤਾਂ ਇਸ ਪ੍ਰਕਾਰ ਲਿਖਿਆ ਹੈ, ਇਸ ਪ੍ਰਕਾਰ ਆਪਾਂ ਪੜ੍ਹਦੇ ਹਾਂ, ਹਰੇਕ ਵਰਸ਼ਨ ਜੋ ਹੈ ਇਸ ਪ੍ਰਕਾਰ ਦੱਸਿਆ ਜਾ ਰਿਹਾ ਹੈ ਜੋ ਲਿਖਿਆ ਹੈ। I have given you authority to trample on snakes and scorpions and to overcome all the power of enemy, यानी कि शैतान ਦੀ ਹਰ ਸ਼ਕਤੀ ਉੱਤੇ ਫਤਿਹ ਪਾਉਣ ਦਾ ਅਧਿਕਾਰ ਹੈ। ਔਰ ਲਿਖਿਆ nothing will harm you, ਕਿ ਕੁਝ ਵੀ ਤੁਹਾਨੂੰ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਉੱਤੇ ਕਾਮਯਾਬ ਨਹੀਂ ਹੋ ਸਕਦਾ ਹੈ। ਸੋ ਹੁਣ ਧਿਆਨ ਨਾਲ ਆਪਾਂ ਉਸ ਦੇ ਵੱਲ ਦੇਖੀਏ। ਸ਼ੈਤਾਨੀ ਤਾਕਤ ਜਦੋਂ ਤੁਹਾਡੇ ਉੱਤੇ ਰਾਜ ਨਹੀਂ ਕਰ ਸਕਦਾ ਹੈ ਔਰ ਉਹ ਤੁਹਾਨੂੰ ਨੁਕਸ ਪਹੁੰਚਾ ਨਹੀਂ ਸਕਦਾ ਹੈ, ਜੇ ਤੁਸੀਂ ਪਰਮੇਸ਼ਵਰ ਦੇ ਮੰਨਣ ਵਾਲੇ ਹੋ ਤਾਂ ਕੋਈ ਵੀ ਤਾਕਤ, ਇਸ ਲਾਈਨ ਨੂੰ ਨੋਟ ਕਰੋ, ਕੋਈ ਵੀ ਤਾਕਤ, ਕੋਈ ਵੀ ਤਾਕਤ ਤੁਹਾਨੂੰ ਕੁਝ ਵੀ ਨਹੀਂ ਕਰ ਸਕਦਾ ਹੈ। ਹਾਂ, ਬਾਰ-ਬਾਰ ਇਸ ਲਾਈਨ ਨੂੰ ਅੱਜ ਖੁਦਾ ਤੁਹਾਡੇ ਲਈ ਦੇ ਰਿਹਾ ਹੈ। ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ। ਠੀਕ ਹੈ, ਇਹ ਦੋ ਲਾਈਨ ਜ਼ਰੂਰ आज नोट करिए, वैरी दी सारी शक्ति उत्ते मैनू इख्तियार उसने दे रखिया है। दूसरी गल, उन्हां विचों कोई भी चीज तुहाडा नुकसान नहीं करेगी। पर आपां की करदे आ, आपां की समझदे आ, तुहाडे लई परमेश्वर जो दे रहा है उस बारे की समझ रहे आ? बतेरे इसनू चंगा भी समझदे ने। जद परमेश्वर इख्तियार दिंदा है, उसनू मैं और तरीके नाल समझावां। तुहाडे हत्थां दे विच एक वो बहुत ही तिखी एक तलवार टाइप दा हो, इन्ना जरूरी नहीं है, एक कर्द होवे जो बिल्कुल नवा है और बहुत ही ज्यादा शार्प है और बहुत ही तिखी होवे, वो तुहाडे हत्थ दे विच है। तुसी की करोगे जद एक नवा
ਖਰਦ ਲਿਆ ਕੇ ਕਰੇ ਰੱਖਿਆ ਹੈ, ਕਰਦ ਨੂੰ ਤੁਸੀਂ ਇਸਤੇਮਾਲ ਕਰਨੇ ਦੀ ਕੋਸ਼ਿਸ਼ ਕਰੋਗੇ ਔਰ ਕੁਦਰਤੀ ਉਸ ਦਿਨ ਕੁਝ ਕਾਟਣ ਦੀ ਮਤਲਬ ਲੋੜ ਹੀ ਨਹੀਂ ਪੈ ਰਿਹਾ, ਫਿਰ ਵੀ ਤੁਸੀਂ ਜੋ ਕੁਝ ਸਾਮਾਨ ਹੋ ਜਾਂ ਜੋ ਕੁਝ ਤੁਹਾਡੇ ਨੇੜੇ ਤੇੜੇ ਹੋ ਉਸਨੂੰ ਕੱਟ ਲਿਆਓਗੇ ਔਰ ਕੱਟ ਕੇ ਟਰਾਈ ਕਰੋਗੇ ਔਰ ਕੁਝ ਕਰਦੇ ਰਹੋਗੇ ਤਾਂ ਕਿ ਮੈਂ ਉਸਨੂੰ ਇਸਤੇਮਾਲ ਜ਼ਰੂਰ ਕਰਾਂ, ਕਿਉਂਕਿ ਉਹ ਇੰਨਾ ਜ਼ਿਆਦਾ ਸ਼ਾਰਪ ਹੈ ਕਿ ਉਸਨੂੰ ਇਸਤੇਮਾਲ ਕਰਨਾ ਹੀ ਹੈ। ਸੋ ਜਦੋਂ ਉਹ ਤੁਹਾਡੇ ਤੱਕ ਪਹੁੰਚ ਗਿਆ ਤੁਸੀਂ ਕੀ ਕਰੋਗੇ, ਇਮੀਡੀਏਟਲੀ ਯਾਨੀ ਕਿ ਤੁਰੰਤ ਉਸਨੂੰ ਇਸਤੇਮਾਲ ਕਰਨੇ ਦੀ ਕੋਸ਼ਿਸ਼ ਕਰੋਗੇ। ਔਰ ਉਰੇ ਲਿਖਿਆ ਪਰਮੇਸ਼ਵਰ ਤੁਹਾਨੂੰ ਸਾਰੇ ਇਹਨਾਂ ਚੀਜ਼ਾਂ ਉੱਤੇ ਸਾਮਰਥ ਦੇ ਰੱਖਿਆ ਹੈ, ਠੀਕ ਹੈ। ਸ਼ਤਰੂ ਕੀ ਸਾਰੀ ਸਾਮਰਥ ਪਰ ਅਧਿਕਾਰ ਦੇ ਰੱਖਿਆ। ਸੋ ਇਸ ਨੂੰ ਲੈ ਕੇ ਆਪਾਂ ਸਭ ਤੋਂ ਪਹਿਲੇ ਕੀ ਕਰਾਂਗੇ, ਪਾਲਦੇ ਰਹਾਂਗੇ। ਸ਼ਤਰੂ ਦਾ ਕੋਈ ਸ਼ਕਤੀ ਆਪਾਂ ਨੂੰ ਆਜ ਮਿਲੇ ਸਾਹਮਣੇ, ਆਪਾਂ ਉਸਨੂੰ ਫੜੀਏ ਤੇ ਉਸਨੂੰ ਪੀਸ ਕਰੀਏ, ਟੁਕੜਾ ਟੁਕੜਾ ਕਰਕੇ ਦੇਖੀਏ, ਕਿਉਂਕਿ ਸਾਮਰਥੀ ਅਜਿਹਾ ਦੇ ਰੱਖਿਆ ਹੈ। ਇੰਟਰਸਟਿੰਗ ਹੈ, ਸਾਮਰਥ ਇੰਨਾ ਦੇ ਰੱਖਿਆ ਕਿ ਆਪਾਂ ਆਜ ਕੁਛ ਨਾ ਕੁਛ ਕਰੀਏ, ਸ਼ਤਰੂ ਆਪਣੇ ਸਾਹਮਣੇ ਆਜ ਆਵੇ। ਕਿਉਂਕਿ ਖੁਦਾ ਨੇ ਕੱਲ ਪਰਸੋਂ ਹੀ ਮੈਨੂੰ ਕਿਹਾ ਸੀ ਕਿ ਉਸਨੇ ਸ਼ਤਰੂ ਦੇ ਸਨਮੁਖ ਤੇਰੇ ਲਈ ਕੀ ਕਰਦਾ ਹੈ, ਮੇਜ਼ ਵਿਛਾਉਂਦਾ ਹੈ, ਸੋ ਦੈਟ ਤਾਂ ਕਿ ਆਪਾਂ ਕੀ ਕਰੀਏ, ਸ਼ਤਰੂ ਦੇ ਸਾਹਮਣੇ ਬਹਿ ਕੇ ਉਹਦਾ ਕੁਛ ਨਾ ਕੁਛ ਕਰੀਏ। ਸੋ ਇੱਕ ਪਾਸੇ ਜੀ ਇੰਨਾ ਕਰਦਾ ਹੈ ਕਿ ਇਖਤਿਆਰ ਜਦੋਂ ਉਹ ਦੇ ਰੱਖਿਆ ਉਸਨੂੰ ਇਸਤੇਮਾਲ ਕਰੀਏ। ਪਰ ਯਾਦ ਰੱਖੋ ਪੌਲੁਸ ਇੱਕ ਗੱਲ ਕਹਿ ਰਿਹਾ ਹੈ, ਪੌਲੁਸ ਇਸ ਗੱਲ ਨੂੰ ਥੋੜਾ ਸਪਸ਼ਟ ਕਰਕੇ ਲੋਕਾਂ ਤੱਕ ਦੇ ਰਿਹਾ ਹੈ। ਦੂਸਰੇ ਕੁਰਿੰਥੀਆਂ ਨੂੰ ਲਿਖਿਤ ਪੱਤਰੀ ਅਧਿਆਇ 10 ਦੇ 8 ਨੂੰ ਪੜ੍ਹੀਏ। ਦੂਸਰੇ ਕੁਰਿੰਥੀਆਂ ਨੂੰ ਲਿਖਿਤ ਪੱਤਰੀ ਅਧਿਆਇ 10 ਦੇ 8ਵੀਂ ਆਇਤ ਦੇ ਵਿੱਚ ਲਿਖਿਆ ਹੈ, ਉਹ ਇਸ ਪ੍ਰਕਾਰ ਲਿਖਿਆ ਹੈ। ਮੈਂ ਤੁਹਾਡੇ ਲਈ ਇਸ ਵਚਨ ਨੂੰ ਪੜ੍ਹਦਾ ਹਾਂ, ਜਿੱਥੇ ਲਿਖਿਆ ਹੈ ਦੂਸਰੇ ਕੁਰਿੰਥੀਆਂ 10 ਦੇ 8 ਨੂੰ ਮੈਂ ਤੁਹਾਡੇ ਲਈ ਪੜ੍ਹਦਾ। ਮੈਂ ਭਾਵੇਂ ਆਪਣੇ ਉਸ ਇਖਤਿਆਰ ਦੇ ਵਿਖੇ ਜਿਹੜਾ ਪ੍ਰਭੂ ਨੇ ਸਾਨੂੰ ਤੁਹਾਡੇ ਟਾਉਣ ਲਈ ਨਹੀਂ ਸਗੋਂ ਤੁਹਾਡੇ ਬਣਾਉਣ ਦੇ ਲਈ ਦਿੱਤਾ, ਕੁਝ ਵੱਧ ਕੇ ਅਪਮਾਨ ਕਰਾਂ ਤਾਂ ਵੀ ਮੈਂ ਲज्जावान नहीं होवांगा, क्योंकि यदि मैं उस अधिकार के विषय में और भी घमंड दिखाऊं जो प्रभु ने तुम्हारे बिगाड़ने के लिए नहीं पर बनाने के लिए हमें दिया है। राइट, समझ रहे हो, परमेश्वर इख्तियार ਦਿੱਤਾ ਹੈ ਜਾਂ ਦਿੰਦਾ ਹੈ, ਉਹ ਕਿਸ ਲਈ ਦੇ ਰਿਹਾ ਹੈ, ਉਹ ਇਸ ਲਈ ਦੇ ਰਿਹਾ ਹੈ ਕਿ ਕਿਸੇ ਨੂੰ ਬਣਾਉਣ ਦੇ ਲਈ, ਨਾ ਕਿ ਕਿਸੇ ਨੂੰ ਵਿਗਾੜਨ ਦੇ ਲਈ। ਆਪਣੇ ਕੋਲ ਇਖਤਿਆਰ ਹੈ, ਆਪਣੇ ਕੋਲੇ ਪਰਮੇਸ਼ਵਰ ਦਾ ਦਿੱਤਾ ਹੋਇਆ ਅਧਿਕਾਰ ਹੈ, ਪਰ ਇਸਤੇਮਾਲ ਕਿਸ ਲਈ ਕਰਦੇ ਹਾਂ, ਇਸਤੇਮਾਲ ਕਿਸੇ ਨੂੰ ਵਿਗਾੜਨ ਦੇ ਲਈ ਜੇ ਤੁਸੀਂ ਕਰਦੇ ਹੋ ਤਾਂ ਤੁਸੀਂ ਉਸ ਇਖਤਿਆਰ ਨੂੰ ਗਲਤ ਇਸਤੇਮਾਲ ਕਰ ਰਹੇ ਹੋ। ਪਰਮੇਸ਼ਵਰ ਇਸ ਲਈ ਨਹੀਂ ਦਿੱਤਾ ਕਿ ਕਿਸੇ ਨੂੰ ਵਿਗਾੜੀਏ, ਬਲਕਿ ਕਿਸੇ ਨੂੰ ਬਣਾਉਣ ਦੇ ਲਈ ਦਿੱਤਾ। ਉਸ ਨੂੰ ਕਿਵੇਂ ਇਸਤੇਮਾਲ ਕਰੀਏ, ਜੇ ਕੋਈ ਉਸ ਇੱਕ ਸ਼ੈਤਾਨੀ ਤਾਕਤ ਤੋਂ, ਠੀਕ ਹੈ, ਕੋਈ ਪਰੇਸ਼ਾਨ ਹੈ ਤਾਂ ਉਸ ਵਿਅਕਤੀ ਨੂੰ ਛੁਡਾਉਣ ਦੇ ਲਈ ਕਰੀਏ, ਨਾ ਕਿ ਦੂਰ ਜਾਂਦੇ ਹੋਏ ਇੱਕ ਦੁਸ਼ਟ ਜਾ ਰਿਹਾ ਹੈ, ਦੂਰ ਜਾ ਰਿਹਾ ਹੈ, ਉਹ ਤੁਹਾਡੇ ਰਾਹ ਤੇ ਨਹੀਂ ਟਕਰਾ ਰਿਹਾ ਹੈ, ਉਹ ਆਪ ਆਪਣੇ ਉਸ ਰਾਹ ਤੇ ਜਾ ਰਿਹਾ ਹੈ। ਤੁਸੀਂ ਜਾ ਕੇ ਉਸਨੂੰ ਫੜ ਕੇ ਉਸਨੂੰ ਤੁਹਾਡੇ ਕੋਲ ਜੋ ਇਖਤਿਆਰ ਹੈ ਉਸਨੂੰ ਇਸਤੇਮਾਲ ਕਰਨੇ ਦੀ ਲੋੜ ਨਹੀਂ ਹੈ। ਪਰਮੇਸ਼ਵਰ ਕਹਿੰਦਾ ਮੈਂ ਦਿੱਤਾ ਇਸ ਲਈ ਕਿ ਕਿਸੇ ਨੂੰ ਬਣਾਵੇ, ਨਾ ਕਿ ਕਿਸੇ ਨੂੰ ਵਿਗਾੜੇ। ਜੇ ਦੁਸ਼ਟ ਹੈ ਤਾਂ ਉਸਨੂੰ ਆਪਣੇ ਰਾਹ ਦੇ ਉੱਤੇ ਜਾਣੇ ਦਿਓ। ਜ਼ਰੂਰੀ ਨਹੀਂ ਹੈ ਕਿ ਤੁਸੀਂ ਤੁਹਾਡੇ ਉਸ ਇਖਤਿਆਰ ਨੂੰ ਉਸ ਦੇ ਉੱਤੇ ਚਲਾਉਣਾ ਜ਼ਰੂਰੀ ਹੋਵੇ, ਬਿਲਕੁਲ ਨਹੀਂ ਹੈ। ਔਰ ਅੱਗੇ इसी अध्याय दे उस वचन दे वल होइए, उते इस प्रकार लिखिया है, वचन दे 5ਵੀਂ आयत ਨੂੰ ਜੇ ਆਪਾਂ ਪੜ੍ਹੀਏ ਨਾ, ਉੱਥੇ ਸਪਸ਼ਟ ਦੱਸਿਆ ਜਾ ਰਿਹਾ ਹੈ, ਸੋ ਅਸੀਂ
ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੋਧ ਹੈ। ਜਾਂ 4 ਤੋਂ ਹੀ ਪੜ੍ਹੀਏ ਔਰ ਸਪਸ਼ਟ ਤੁਹਾਨੂੰ ਪਤਾ ਲੱਗੂਗਾ ਕਿ ਇਹ ਹੈ ਕੀ ਚੀਜ਼ ਹੈ। ਇਸ ਲਈ ਜੋ ਸਾਡੇ ਯੁੱਧ ਦੇ ਸ਼ਸਤਰ ਸਰੀਰਿਕ ਨਹੀਂ ਸਗੋਂ ਪਰਮੇਸ਼ਵਰ ਦੇ ਭਾਣੇ ਕਿਲਿਆਂ ਦੇ ਟਾਂ ਦੇ ਲਈ ਡਾਢੇ ਤਕੜੇ ਹਨ। ਇੱਕ ਹੈ ਤਾਂ ਇਹ ਬਹੁਤ ਹੀ ਤਕੜਾ ਚੀਜ਼ ਹੈ ਉਹ ਜੋ ਦੇ ਰੱਖਿਆ ਹੈ, ਪਰ ਉਹ ਇਸ ਲਈ ਨਹੀਂ ਹੈ, ਉਹ ਸਰੀਰਿਕ ਨਹੀਂ ਸਗੋਂ ਪਰਮੇਸ਼ਵਰ ਦੇ ਭਾਣੇ किलियां दे टा देन लई है, क्योंकि हमारी लड़ाई की हथियार शारीरिक नहीं पर गढ़ों को ठा देने के लिए परमेश्वर के द्वारा सामर्थी है। एक तो वो बहुत ही सामर्थी चीज है, पर वो शारीरिक नहीं है कि बस आमने सामने जो भी टकराउंदा है उसके उत्ते चलाइए। परमेश्वर जो दे रहा है आत्मिक तौर ते कुछ गल्लां दे उत्ते इस्तेमाल करने दे ਲਈ ਦੇ ਰਿਹਾ ਹੈ। ਔਰ ਇਸ ਤੋਂ ਆਪਾਂ ਨੂੰ ਕਰਨਾ ਕੀ ਚਾਹੀਦਾ ਹੈ, ਉਹੀ ਨੈਕਸਟ ਵਚਨ ਦੇ ਵਿੱਚ ਲਿਖਿਆ, ਇਸ ਤੋਂ ਬਾਅਦ ਵਾਲਾ ਵਚਨ ਚ ਉਹੀ ਦੱਸਿਆ ਜਾ ਰਿਹਾ ਹੈ। ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ। ਹੁਣ ਲੱਗ ਰਿਹਾ ਹੈ ਪਤਾ, ਇਖਤਿਆਰ ਇਸ ਲਈ ਦਿੱਤਾ ਜਾ ਰਿਹਾ ਹੈ ਜੋ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ। ਇਹ ਪਤਾ ਕਿੱਥੋਂ ਚੁੱਕਦੀ ਹੈ? ਤੁਹਾਡੇ ਅੰਦਰੋਂ ਹੀ ਚੁੱਕਦੀ ਹੈ। ਤੁਹਾਡੇ ਅੰਦਰ ਕੁਝ ਅਜਿਹਾ ਸੋਚ ਹੈ ਜੋ ਪਰਮੇਸ਼ਵਰ ਦੇ ਗਿਆਨ ਦੇ ਵੀ ਵਿਰੋਧ ਹੈ। ਕਈ ਵਾਰ ਆਪਾਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਸਮਝਦੇ ਹਾਂ, ਚਾਹੇ ਆਪਣੇ ਆਪ ਨੂੰ ਪਵਿੱਤਰ ਸਮਝੀਏ, ਆਪਣੇ ਆਪ ਨੂੰ ਬੜਾ ਹੀ ਤਾਕਤਵਰ ਸਮਝੀਏ, ਆਪਣੇ ਆਪ ਨੂੰ ਕਦੇ वो दाऊद समझिए कि जो सामने वाले हर गोलियात ਨੂੰ ਕੀ ਕਰੀਏ, ਇੱਕੋ ਪੱਥਰ ਤੇ ਖਤਮ ਕਰ ਦਈਏ। ਇੰਨਾ ਸਮਝ ਕੇ ਆਪਾਂ ਜੋ ਵੀ ਮਿਲੇ ਉਹਨਾਂ ਉਤੇ ਇਖਤਿਆਰ ਨੂੰ ਐਂ ਚਲਾਉਂਦੇ ਆ ਕਿ ਅਗਲਾ ਖਤਮ ਹੀ ਹੋ ਜਾਵੇ। ਕਦੇ ਬਣਾਉਣ ਦੇ ਲਈ ਨਹੀਂ, ਬਲਕਿ ਹਮੇਸ਼ਾ ਕਿਸੇ ਨੂੰ ਵਿਗਾੜਨ ਦੇ ਲਈ ਜੇ ਤੁਸੀਂ ਇਸਤੇਮਾਲ ਕਰ ਰਹੇ ਹੋ। ਉਹ ਇਹ ਕਹਿ ਰਿਹਾ ਹੈ, ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ। ਇਹ ਕਿਤੋਂ ਬਾਹਰੋਂ ਨਹੀਂ ਚੁੱਕਦੀ, ਅੰਦਰੋਂ ਹੀ ਹੈ। ਉਸ ਨੂੰ ਟਾ ਦੇਣ ਦੇ ਲਈ, ਠੀਕ ਹੈ, ਹਾਂ ਚੁੱਕਦੀ ਹੈ, ਟਾ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ। ਕੀ ਤੁਸੀਂ ਲਿਆਉਣ ਯੋਗ ਹੈਗੇ ਹੋ? ਜੋ ਕਿਸੇ ਦੇ ਖਿਲਾਫ ਤੁਹਾਡੇ ਅੰਦਰ, ਜੇ ਕਿਸੇ ਦੇ ਖਿਲਾਫ ਤੁਹਾਡੇ ਸੋਚ ਦੇ ਵਿੱਚ ਇੱਕ ਉਹ ਗੱਲ ਆ ਰਹੀ ਹੈ, ਉਸ ਬੰਦੇ ਨੂੰ ਜਿਹੜਾ ਪਾਪੀ ਹੈ, ਜੋ ਮੇਰਾ ਵਰਗਾ ਨਹੀਂ ਹੈ, ਇੱਕ ਆਪਣੇ ਆਪ ਨੂੰ ਬਹੁਤ ਹੀ ਧਰਮੀ ਔਰ ਦੂਸਰੇ ਨੂੰ ਬਹੁਤ ਹੀ ਘਟੀਆ ਸਮਝ ਕੇ ਪਰਮੇਸ਼ਵਰ ਦੇ ਦਿੱਤੇ ਹੋਏ ਸਾਮਰਥ ਨੂੰ ਲੈ ਕੇ ਉਸ ਉੱਤੇ ਐਂ ਸਿੱਟੀ ਜਾਵੇ। ਉਰੇ ਉਹੀ ਗੱਲ ਦੱਸ ਰਿਹਾ ਹੈ, ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਭਾਈ ਉਹ ਮਸੀਹ ਦਾ ਆਗਿਆਕਾਰ ਹੋਵੇ। ਤੁਸੀਂ ਕਦੇ ਸੋਚਿਆ ਇਹਨਾਂ ਗੱਲਾਂ ਪ੍ਰਤੀ? ਪਰਮੇਸ਼ਵਰ ਦੇ ਦਿੱਤੇ ਹੋਏ ਅਧਿਕਾਰ ਨੂੰ ਚਲਾਉਣਾ ਕਿਸ ਪ੍ਰਕਾਰ ਹੈ? ਉਹ ਕਿਸੇ ਨੂੰ ਟਾ ਦੇਣ ਦੇ ਲਈ ਨਹੀਂ, ਬਲਕਿ ਕਿਸੇ ਨੂੰ ਬਣਾਉਣ ਦੇ ਲਈ ਹੈ। ਬਣਾਉਣ ਦੇ ਲਈ ਦਿੱਤਾ ਹੈ ਤਾਂ ਬਣਾਉਣ ਦੇ ਲਈ ਇਸਤੇਮਾਲ ਕਰੋ। ਅਗਲੇ ਨੂੰ, ਜਦ ਤੁਹਾਨੂੰ ਪਤਾ ਹੈ ਤੁਹਾਡੇ ਸਾਹਮਣੇ ਕੋਈ ਇੱਕ ਉਹ ਵਿਅਕਤੀ ਹੈ ਜੋ ਤੁਹਾਡੇ ਵਰਗਾ ਨਹੀਂ ਹੈ, ਹੋ ਸਕੇ ਤੁਸੀਂ ਪਵਿੱਤਰ ਹੋ, ਉਹ ਜੋ ਸਾਹਮਣੇ ਮਿਲਿਆ ਉਹ ਅਪਵਿੱਤਰ ਹੋ ਸਕੇ ਤੁਸੀਂ ਧਰਮੀ ਹੋ ਔਰ ਸਾਹਮਣੇ ਵਾਲਾ ਕੁਧਰਮੀ ਹੋ। ਇਸ ਦਾ ਇਹ ਨਹੀਂ ਮਤਲਬ ਹੈ ਅਧਿਕਾਰ ਨੂੰ ਲੈ ਕੇ ਉਸ ਬੰਦੇ ਨੂੰ ਕੀ ਕਰ ਦੇਈਏ, ਢਾ ਦੇਈਏ ਕਿ ਉਹ ਉੱਠ ਨਾ ਸਕੇ। ਪਰ ਪਰਮੇਸ਼ਵਰ ਇਖਤਿਆਰ ਇਸ ਲਈ ਦੇ ਰੱਖਿਆ ਹੈ, ਸਭ ਤੋਂ ਪਹਿਲਾਂ ਜਿਵੇਂ ਆਪਾਂ ਵਚਨ ਚ ਪੜ ਰਹੇ ਸੀ, ਹਾਨੀ ਤੁਹਾਨੂੰ ਨਾ ਪਹੁੰਚਾਵੇ। ਨੰਬਰ 1 ਪਰਮੇਸ਼ਵਰ ਇਖਤਿਆਰ ਦਿੰਦਾ ਨਾ, ਨੰਬਰ 1 ਉਹ ਤੁਹਾਨੂੰ ਕੀ ਕਰ ਨਹੀਂ ਸਕਦਾ, ਕੋਈ ਵੀ ਚੀਜ਼ ਤੁਹਾਨੂੰ
हानि नहीं पहुंचा सकता है, चाहे वो कुछ मर्जी हो, कुछ मर्जी शैतानी ताकत दे विच कुछ मर्जी हो, वो तुहानू हानि नहीं पहुंचा सकता है। नंबर 1। दूसरी गल, जिमें परमेश्वर का ये ख्याल है कि वो किसी भी तरह की नुक्स तुहानू ना पहुंचा सके, ता परमेश्वर का उन्ना ही ख्याल है कि वो इख्तियार किसी और नु की ना करे, सट ना देवे, यानी कि किसी और नु नुक्स ना पहुंचावे, किसी व्यक्ति नु नुक्स ना पहुंचावे। कई बार ਆਪਾਂ ਕੀ ਕਰਦੇ ਆ, जिस चीज नु मारना हो उसनु छड्ड दिंदे आ, राइट। फॉर एग्जाम्पल, सिर दर्द है, सिर दर्द है, तुरंत की करदे आ, ਹੁਣ ਸਿਰਫ 4 ਮਿੰਟ ਹੈ, ਜੇ ਕੋਈ ਇੱਕ ਤੁਰੰਤ ਬੋਲ ਸਕਦੇ ਸਿਰ ਦਰਦ ਹੁੰਦਾ ਹੈ ਤਾਂ ਆਪਾਂ ਕੀ ਕਰਦੇ ਆ, ਫਟਾਫਟ ਬੋਲੀਏ। दवाई लेंदे आ। ओके, दवाई लेंदे आ। नेक्स्ट जी, आवाज क्लियर नहीं। एक कोई प्रभु दी प्रार्थना करदे आ। सिर दर्द होवे, ਆਪਾਂ यूजुअली की करदे आ, एक दवाई लेंदे आ और कुछ जिवें चुन्नी लेके उसनु बन के रखदे आ टाइट। नेक्स्ट की करदे आ, कोई दवाई उस दे उत्ते लगाउंदे आ, विक्स हो या अमृतांजन हो लगाउंदे आ। सो ਆਪਾਂ ਇਹ ਸੋਚਦੇ ਆ ਸਿਰ ਦਰਦ ਹੈ ਤਾਂ ਸਿਰ ਦੇ ਉੱਤੇ ਹੀ ਅਟੈਕ ਕਰਦਾ ਹੈ, ਸੋ ਆਪਾਂ ਨੂੰ ਚਾਹੀਦਾ ਸਿਰ ਦੇ ਉੱਤੇ ਹੀ ਮੰਨ ਲਈਏ ਕੁਝ ਉਹ ਚੀਜ਼ ਤਾਂ ਕਿ ਉਹ ਦੂਰ ਹੋਵੇ। ਪਰ ਕਦੇ ਸੋਚਿਆ ਇਹ ਸਿਰ ਦਰਦ ਕਿਉਂ, ਕਿਸ ਕਾਰਨ ਸਿਰ ਦਰਦ? ਹੋ ਸਕਦਾ ਉਹ ਤੁਹਾਡੇ ਟੈਨਸ਼ਨ ਦੇ ਕਾਰਨ, ਹੋ ਸਕਦਾ ਉਹ ਤੁਹਾਡੇ ਨਿਗਾਹ ਦੇ ਕਮੀ ਦੇ ਕਾਰਨ ਸਿਰ ਦਰਦ ਹੋ। ਆਪਾਂ ਜੜ ਨੂੰ ਛੱਡ ਦਿੰਦੇ ਆ, ਉੱਪਰ ਉਹ ਜਿਸ ਤੇ ਆਇਆ ਹੈ ਉਸ ਉੱਤੇ ਹੀ ਅਟੈਕ ਕਰਦੇ ਰਹਿੰਦੇ ਆ। ਉਹ ਸਿਰ ਨੂੰ ਅਟੈਕ ਕਰਦਾ, ਆਪਾਂ ਵੀ ਸਿਰ ਉੱਤੇ ਹੀ ਸਭ ਕੁਝ ਮਲਦੇ ਆ। ਜੋ ਵੀ ਕਰੀਮ ਮਿਲਿਆ ਲਗਾਈਏ ਤਾਂ ਕਿ ਕੀ ਹੋ ਜਾਵੇ, ਸਿਰ ਦਰਦ ਠੀਕ ਹੋ ਜਾਵੇ। ਪਰ ਅਸਲ 'ਚ ਐਂ ਠੀਕ ਨਹੀਂ ਹੁੰਦਾ। ਜੜ ਨੂੰ ਹਾਂ, ਜੜ ਦੇ ਲਈ ਜਿੱਤੋਂ ਉਹ ਪੈਦਾ ਹੋਇਆ ਉਸ ਉੱਤੇ ਦਵਾਈ ਹੋ, ਉਸ ਉੱਤੇ ਦਵਾਈ ਲਗਾਇਆ ਜਾਵੇ ਤਾਂ ਕਿ ਇਹ ਠੀਕ ਹੋਵੇ। ਆਪਾਂ ਕੀ ਕਰਦੇ ਆ, ਇੱਕ ਵਿਅਕਤੀ ਤੁਹਾਡੇ ਖਿਲਾਫ ਕੰਮ ਕਰਦਾ ਹੈ, ਸਿੱਧਾ ਵਿਅਕਤੀ ਨੂੰ ਠੋਕਦੇ ਆ, ਉਸ ਵਿਅਕਤੀ ਨੂੰ ਖਤਮ ਕਰ ਦਿੰਦੇ ਆ ਕਿ ਉਹ ਉੱਠੇ ਨਾ। ਯੀਸ਼ੂ ਦੇ ਨਾਮ ਦੇ ਵਿੱਚ ਬਸ ਇਹ ਬੰਦਾ ਅੱਜ ਤੋਂ ਬਾਅਦ ਮੇਰੇ ਮੁਰੇ ਆਵੇ ਨਾ। ਗਲਤ ਹੈ। ਉਸ ਬੰਦੇ ਉੱਤੇ ਅਟੈਕ ਨਾ ਕਰੋ, ਬਲਕਿ ਉਸ ਬੰਦੇ ਨੂੰ ਜੋ ਬੰਧਨ ਦੇ ਵਿੱਚ ਰੱਖ ਰੱਖਿਆ ਹੈ ਉਸ ਤਾਕਤ ਦੇ ਉੱਤੇ ਤੁਹਾਡੀ ਸੋਚ ਹੋਵੇ, ਉਸ ਉੱਤੇ ਇਖਤਿਆਰ ਚਲਾਓ ਕਿ ਇਹ ਕਿਸੇ ਕਾਰਨ ਇਹ ਬੰਦਾ ਕੁਝ ਇਹ ਕਰ ਰਿਹਾ ਹੈ ਤਾਂ ਰੱਬਾ ਜੋ ਇਸ ਦੇ ਅੰਦਰੋਂ ਕਾਰਜ ਕਰਦਾ ਹੈ ਉਸ ਨੂੰ ਦੂਰ ਕਰੋ ਤਾਂ ਕਿ ਬੰਦਾ ਬਚ ਜਾਵੇ। ਇੱਕ ਵੀ ਨਾਸ਼ ਹੋਣ ਦਾ ਉਹਦੀ ਮਰਜ਼ੀ ਨਹੀਂ ਹੈ। ਯਾਦ ਰੱਖੋ, ਇਖਤਿਆਰ ਇੱਕ ਤੁਹਾਨੂੰ ਹਾਨੀ ਨਾ ਪਹੁੰਚਾਵੇ, ਦੂਸਰੀ ਗੱਲ ਦੂਸਰੇ ਨੂੰ ਵੀ ਜੋ ਤੁਹਾਡੇ ਸਾਹਮਣੇ ਉਸ ਨੂੰ ਵੀ ਕੀ ਨਾ ਕਰੇ, ਹਾनि ना पहुंचावे। क्योंकि एक भी आत्मा खराब होना या नाश होना खुदा दी मर्जी नहीं है, चाहे वो तुहाडा पक्का विरोधी क्यों ना होवे। तुसी जे कहंदे हो, सोचदे हो कि वो खत्म हो जावे तां तुसी उस इख्तियार नूं गलत इस्तेमाल कर रहे हो। खुदा चाहुंदा है कि हर कोई बचाया जावे, हर कोई बचाया जावे। सिर दर्द है तां उसदा हाँ वजह ਨੂੰ ਪਹਿਚਾਨੋ, ਉਸ ਦੇ ਉੱਤੇ ਤੁਸੀਂ ਕੋਈ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਬੰਦਾ ਨਾ ਮਰੇ, ਕਦੇ ਬਿਲਕੁਲ ਨਾ ਮਰੇ। ਬਾਅਦ 'ਚ ਹੀ ਪਤਾ ਲੱਗਦਾ ਜਦੋਂ ਉਸ ਉੱਤੇ ਐ ਮਾਰ ਕੇ, ਠੀਕ ਹੈ, ਪੂਤਾਂ ਨੂੰ ਕੱਢਦੇ ਆ, ਮਾਰ ਕੇ ਪ੍ਰਾਰਥਨਾ ਕਰਕੇ ਕੱਢਦੇ ਆ। ਜਦੋਂ ਠੀਕ ਹੋ ਜਾਏ ਨਾ ਬਾਅਦ 'ਚ ਹੀ ਪਤਾ ਲੱਗਦਾ ਬੋਲਦਾ ਇਹ ਨਹੀਂ ਸੀ, ਇਹਦੇ ਵਿੱਚ ਕੁਝ ਹੋਰ ਸੀ, ਉਹ ਬੋਲਦੀ ਸੀ। ਮਾਰਿਆ ਕਿਸ ਨੂੰ ਸੀ, ਇਸ ਨੂੰ ਮਾਰਦੇ ਸੀ। ਉਹ ਠੀਕ ਹੋ ਕੇ ਕਹੂਗਾ ਇਹਨਾਂ ਨੇ ਮੈਨੂੰ ਇੰਨਾ ਸਤਾਇਆ ਜਿੰਨਾ ਦੁਸ਼ਟ ਆਤਮਾ ਨੇ ਨਹੀਂ ਸਤਾਇਆ। ਸੋ ਇਖਤਿਆਰ ਨੂੰ ਇਸਤੇਮਾਲ ਕਰਨੇ ਦਾ ਤਰੀਕਾ ਪਰਮੇਸ਼ਵਰ ਦੱਸ ਰਿਹਾ ਹੈ। ਮੈਂ ਕਹਿ ਕੇ ਸਮਾਪਤ ਕਰਾਂ। ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੋਧ ਸਿਰ ਚੁੱਕਦੀ ਹੈ, ਇਹ ਕਿਤੇ ਬਾਹਰੋਂ ਨਹੀਂ ਹੈ, ਇਹ ਤੁਹਾਡੇ ਅੰਦਰੋਂ ਹੈ। ਨੰਬਰ 1 ਉਸ ਨੂੰ ਸਹੀ ਕਰੋ।
ਕਿਸੇ ਦੇ ਪ੍ਰਤੀ ਜੋ ਆਪਾਂ ਇਸ ਪ੍ਰਕਾਰ ਸੋਚਦੇ ਹਾਂ, ਜੋ ਜਿਵੇਂ ਪਰਮੇਸ਼ਵਰ ਨਹੀਂ ਸੋਚਦਾ ਹੈ। ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਣ ਵਾਲਿਆਂ ਗੱਲਾਂ ਨੂੰ ਟਾਲ ਦਿਆ ਕਰੋ, ਨੰਬਰ 1। ਦੂਸਰੀ ਗੱਲ, ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਭਾਈ ਉਹ ਮਸੀਹ ਦਾ ਆਗਿਆਕਾਰ ਹੋਵੇ। ਸੋ ਹਰ ਇੱਕ ਖਿਆਲ ਜੋ ਕਿਸੇ ਨੂੰ ਬਣਾਉਣ ਦੇ ਲਈ, ਨਾ ਕਿ ਕਿਸੇ ਨੂੰ ਵਿਗਾੜਨ ਦੇ ਲਈ। ਇਹ ਖਿਆਲ ਤੁਹਾਡੇ ਅੰਦਰ ਹੋਵੇ ਤਾਂ ਕਿ ਤੁਹਾਨੂੰ ਦਿੱਤੇ ਗਏ ਉਸ ਇਖਤਿਆਰ ਨੂੰ ਤੁਸੀਂ ਸਹੀ ਇਸਤੇਮਾਲ ਕरें, ਜਿਸ ਤੋਂ ਆਤਮਾ ਵੀ ਬਚੇ ਔਰ ਸ਼ੈਤਾਨੀ ਤਾਕਤ ਵੀ ਪਰਾਂ ਹੋਵੇ, ਦੋਨੋਂ ਹੋਵੇ। ਇੱਕ ਸਰੀਰ ਹੈ, ਉਹਦੇ ਵਿੱਚ ਦੋਨੋਂ ਕੰਮ ਕਰ ਰਿਹਾ ਹੈ। ਉਸ ਬੰਦੇ ਦੀ ਆਤਮਾ ਨੂੰ ਵੀ ਬਚਾਈਏ, ਉਸਦੇ ਸਰੀਰ ਨੂੰ ਵੀ ਬਚਾਈਏ। ਆਪਾਂ ਸਰੀਰ ਨੂੰ ਮਾਰ-ਮਾਰ ਕੇ ਖਤਮ ਕਰ ਦਿੰਦੇ ਆ ਨਾ। ਖਿਆਲ ਰੱਖਿਆ ਕਰੋ, ਉਹ ਕਿਸੇ ਨੂੰ ਵਿਗਾੜਨ ਦੇ ਲਈ ਨਹੀਂ, ਬਲਕਿ ਕਿਸੇ ਨੂੰ ਬਣਾਉਣ ਦੇ ਲਈ ਇਸਤੇਮਾਲ ਕੀਤਾ ਜਾ ਸਕੇ, ਤਾਂ ਕਿ ਪਰਮੇਸ਼ਵਰ ਦੀ ਮਹਿਮਾ ਉਸ ਵਿੱਚੋਂ ਹੋਵੇ। ਕਿਸੇ ਨੂੰ ਨੁਕਸ ਪਹੁੰਚਣ ਦਾ ਖਿਆਲ ਕਦੇ ਵੀ ਨਾ ਰੱਖਿਆ ਕਰੋ, ਜਿਸ ਉੱਤੇ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਤੇ ਬਹੁਤ ਹੋਵੇ, ਬਤੇਰਿਆਂ ਨੂੰ ਬਚਾਉਣ ਦਾ ਕਾਰਨ ਬਣੇ, ਨਾ ਕਿਸੇ ਨੂੰ ਕਦੇ ਵਿਗਾੜਨ ਦਾ ਆਪਾਂ ਕਾਰਨ ਬਣੀਏ। ਆइए ਪ੍ਰਾਰਥਨਾ ਕਰੇ। ਆਸਮਾਨੀ ਖੁਦਾ ਬਾਪ, ਇਹਨਾਂ ਵਚਨਾਂ ਦੇ ਲਈ ਧੰਨਵਾਦ। ਇਖਤਿਆਰ ਸਾਨੂੰ ਦੇ ਰੱਖਿਆ ਹੈ ਕਿ ਕਿਸੇ ਵੀ ਸ਼ੈਤਾਨੀ ਤਾਕਤ ਸਾਨੂੰ ਨੁਕਸ ਨਾ ਪਹੁੰਚਾ ਸਕੇ, ਔਰ ਇਖਤਿਆਰ ਸਾਨੂੰ ਇਸ ਪ੍ਰਕਾਰ ਦੇ ਰੱਖਿਆ ਅਸੀਂ ਕਿਸੇ ਨੂੰ ਹਾनि ਪਹੁੰਚਾ ਨਾ ਸਕੇ। ਪ੍ਰਭੂ ਜੀ, ਉਹ ਅਧਿਕਾਰ ਜੋ ਤੂੰ ਸਾਨੂੰ ਦੇ ਰੱਖਿਆ ਹੈ ਪ੍ਰਭੂ ਜੀ, ਉਹ ਇਸ ਪ੍ਰਕਾਰ ਹੋਵੇ, ਤੇਰੇ ਗਿਆਨ ਦੇ ਵਿਰੁੱਧ ਸਿਰ ਚੁੱਕਣ ਵਾਲੀ ਗੱਲ ਨਾ ਬਣ ਜਾਏ ਕਦੇ, ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਣ ਦਾ ਇੱਕ ਪ੍ਰਭੂ ਜੀ ਸਮਾਂ ਬਣ ਜਾਏ, ਤਾਂ ਕਿ ਕਿਸੇ ਨੂੰ ਅਸੀਂ ਨੁਕਸਾਨ ਨਾ ਪਹੁੰਚਾਈਏ, ਬਲਕਿ ਹਰ ਇੱਕ ਦੇ ਉੱਤੇ ਖਿਆਲ ਰੱਖਣ ਵਾਲੇ ਹੋਈਏ। ਹਰ ਇੱਕ ਨੂੰ ਸੰਭਾਲਣ ਦੀ ਜਾਂ ਹਰ ਇੱਕ ਨੂੰ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ, ਉਸਨੂੰ ਅਸੀਂ ਸਹੀ ਸਲਾਮਤ ਇਸਤੇਮਾਲ ਕਰੀਏ। ਯੀਸ਼ੂ ਨਾਸਰੀ, ਅਸੀਂ ਇਹਨਾਂ ਸਭਨਾਂ ਨੂੰ ਜੋ ਵਚਨ ਸੁਣਦੇ ਨੇ, ਸਭਨਾਂ ਉੱਤੇ ਉਹ ਕਿਰਪਾ ਮੰਗਦੇ ਆ ਕਿ ਉਹ ਪ੍ਰਭੂ ਜੀ ਇਖਤਿਆਰ ਨੂੰ ਸਹੀ ਇਸਤੇਮਾਲ ਕਰੇ, ਨਾ ਕਿਸੇ ਨੂੰ ਵਿਗਾੜਨ ਦੇ ਲਈ, ਬਲਕਿ ਹਰ ਇੱਕ ਨੂੰ ਬਣਾਉਣ ਦੇ ਲਈ ਇਸਤੇਮਾਲ ਕੀਤਾ ਜਾ ਸਕੇ। ਯੀਸ਼ੂ ਦੇ ਪਵਿੱਤਰ ਨਾਮ ਦੇ ਵਿੱਚ ਦੁਆ ਮੰਗਦੇ ਆ। ਆਮੀਨ, ਆਮੀਨ। ਆਮੀਨ। हे मेरी जान यहोवा ਨੂੰ ਮੁਬਾਰਕ ਆਖ, ਅਤੇ ਜੋ ਕੁਝ ਮੇਰੇ ਅੰਦਰ ਹੈ ਉਸਦੇ ਪਵਿੱਤਰ ਨਾਮ ਨੂੰ। हे मेरी जान यहोवा ਨੂੰ ਮੁਬਾਰਕ ਆਖ, ਅਤੇ ਉਸਦੇ ਸਾਰੇ ਉਪਕਾਰ ਨਾ ਵਿਸਾਰ। ਆਮੀਨ, ਆਮੀਨ। ਗॉड ब्लेस यू। ਪ੍ਰਭੂ ਤੁਹਾਨੂੰ ਆਸੀਸ ਦੇਵੇ।